प्यारे दर्शकों, नवा पंजाब दे विचार चर्चा प्रोग्राम विच तुहाडा निघा स्वागत है। इस प्रोग्राम दे विच मेरे नाल उगी डॉक्टर ते लेखक हरछिंदर कौर ਹਨ। ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਦੇ ਦੌਰ ਦੇ ਵਿੱਚ ਜਿਹੜਾ ਵਿਆਹੁਤਾ ਜੋੜੇ ਉਹਨਾਂ ਦੇ ਜ਼ਿੰਦਗੀ ਦਾ ਬਹੁਤ ਡੂੰਘਾ ਸੰਕਟ ਜਿਹੜਾ ਬਣ ਗਿਆ ਹੈ। ਵਿਆਹ ਜਿਹੜੇ ਹੈ ਮੈਟਰੀਮੋਨੀਅਲ ਡਿਸਪਿਊਟ ਲਗਾਤਾਰ ਵੱਧ ਰਿਹਾ ਹੈ। ਉਹਦੇ ਵਿੱਚ ਇਹ ਵੀ ਇੱਕ ਫੈਕਟਰ ਆ ਰਿਹਾ ਕਿ ਵੱਡੀ ਉਮਰ ਦੇ ਵਿੱਚ ਵਿਆਹ ਹੋ ਰਿਹਾ ਤੇ ਜ਼ਿੰਦਗੀ ਦੇ ਵਿੱਚ ਸਟ੍ਰੈਸ ਵੱਧਦਾ ਜਾ ਰਿਹਾ। ਸਟ੍ਰੈਸ ਖਾਣ ਪੀਣ ਦਾ ਕਈ ਹੋਰ ਗੱਲਾਂ ਦੇ ਕਾਰਨ ਜਿਹੜੇ ਆ ਵਿਆਹ ਰਿਸ਼ਤੇ ਜਿਹੜੇ ਤਿੜਕਦੇ ਜਾ ਰਹੇ ਆ। ਤੇ ਡਾਕਟਰ ਸਾਹਿਬ ਤੋਂ ਜਾਣਦੇ ਆ ਉਹਨਾਂ ਦਾ ਇਸ ਦੇ ਵਿੱਚ ਲੰਮਾ ਚੌੜਾ ਅਨੁਭਵ ਆ, ਉਹ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਡਾਕਟਰ ਸਾਹਿਬ ਤੁਸੀਂ ਕੀ ਇਸ ਸਾਰੀ ਸਮੱਸਿਆ ਬਾਰੇ ਕਹਿਣਾ ਚਾਹੁੰਦੇ ਹੋ? ਤੁਸੀਂ ਨਿੱਕੇ ਜਿਹੇ ਸਵਾਲ ਤੋਂ ਬਾਅਦ ਮੇਰੇ ਸਿਰ ਤੇ ਐਡੀ ਵੱਡੀ ਪੂਰੇ ਦਾ ਪੂਰਾ ਥੀਸਿਸ ਰੱਖ ਦਿੱਤਾ ਹੈ ਜਿਹੜਾ ਬਹੁਤ ਗੁੰਝਲਦਾਰ ਜੇ। ਦਰਅਸਲ ਜੇ ਮੈਂ ਛੋਟੇ ਹੋਣ ਸਮੇਂ ਤੋਂ ਹੀ ਗੱਲ ਕਰਾਂ ਤਾਂ ਅਸੀਂ ਬੱਚਿਆਂ ਨੂੰ ਜੇ ਪੁਰਾਣੇ ਵੇਲੇ ਜਿੱਤੇ ਕਰੋਗੇ ਤਾਂ ਇੱਕ ਸਾਂਝ ਗੰਢਣ ਦਾ ਢੰਗ ਸਿਖਾਉਂਦੇ ਤਾਂ ਕਿ ਇੱਕ ਟੀਮ ਵਰਕ ਕੀ ਹੁੰਦਾ ਹੈ, ਕਿਸ ਤਰੀਕੇ ਤੁਸੀਂ ਰਲ ਮਿਲ ਕੇ ਨਿੱਕੀਆਂ ਮੋਟੀਆਂ ਲੜਾਈਆਂ ਤੋਂ ਬਾਅਦ ਫਿਰ ਅਗਲੇ ਦਿਨ ਇਕੱਠੇ ਹੋਣਾ ਹੈ। ਕੁਛ ਇਸ ਤਰੀਕੇ ਦਾ ਸੀ ਕਿ ਇਕੱਠੇ ਬੈਠ ਕੇ ਪੜ੍ਹਨਾ ਹੈ। ਤੁਸੀਂ ਅੱਜ 4 ਜਣਿਆਂ ਨੇ ਇਕੱਠੇ ਰਲ ਕੇ ਬਹਿ ਜਾਣਾ ਪੜ੍ਹਨਾ ਹੈ। ਉਹ ਸਾਂਝ ਸੀ, ਉਹ ਖੇਡਾਂ ਸਨ, ਉਹ ਚੋਰੀ ਛੁਪੇ ਲੁਕ ਕੇ ਫਿਲਮਾਂ ਦੇਖਣੀਆਂ ਜਾਂ ਜੋ ਵੀ ਤੁਸੀਂ ਸਾਰਾ ਕੁਛ ਉਹ ਗਿਣਦੇ ਹੋ। ਇਸ ਵੇਲੇ ਅਸੀਂ ਬੱਚਿਆਂ ਨੂੰ ਇੱਕ ਤਾਂ ਅੰਦਰ ਤਾੜ ਦਿੱਤਾ 4 ਦੀਵਾਰੀ ਵਿੱਚ, ਫਿਰ ਉਹਨਾਂ ਨੂੰ ਇਹ ਸੁਨੇਹਾ ਦੇ ਦਿੱਤਾ ਕਿ ਦੂਸਰੇ ਨੂੰ ਟੱਪ ਕੇ ਪਹਿਲੇ ਨੰਬਰ ਤੇ ਆਉਣਾ ਹੀ ਆਉਣਾ, ਯਾਨੀ ਤੇਰੀ ਬੁੱਕਤ ਹੀ ਤਾਂ ਪੈਣੀ ਹੈ ਜੇ ਸਾਡੀ ਵੀ ਅਣਖ ਉੱਥੇ ਹੀ ਖੜੀ ਹੈ ਵੀ ਜੇ ਤੂੰ ਪਹਿਲੇ ਨੰਬਰ ਤੇ ਨਾ ਆਇਆ ਸਾਡਾ ਤਾਂ ਕੱਖ ਨਹੀਂ ਰਹਿਣਾ। ਤਾਂ ਦੂਜੇ ਨੂੰ ਮਿੱਝੋ, ਉਹਦੇ ਲਈ ਭਾਵੇਂ ਸਿਫਾਰਿਸ਼ਾਂ ਕਰੋ, ਭਾਵੇਂ ਦੂਸਰੇ ਨੂੰ ਹੀਵਾਂ ਟੇਕੋ, ਯਾਨੀ ਹਰ ਉਹ ਚੀਜ਼ ਅਜ਼ਮਾਈ ਜਾਂਦੀ ਹੈ ਕਿ ਬੱਚੇ ਨੂੰ ਛੋਟੇ ਹੋਣ ਤੋਂ ਦਿਮਾਗ ਵਿੱਚ ਫਿੱਟ ਹੋ ਜਾਂਦਾ ਹੈ ਕਿ ਮੈਂ ਇਕੱਲਾ ਤੇ ਟੌਪ ਮੇਰੇ ਲਈ ਬਸ ਇੱਕੋ ਹੀ ਰਾਹ ਹੈ। ਉਹਦੇ ਲਈ ਉਸਦੇ ਦਿਮਾਗ ਵਿੱਚ ਬਣਦੇ ਦਿਮਾਗ 'ਚ ਫਿੱਟ ਹੋ ਗਿਆ ਕਿ ਉਹਨੇ ਕਿਸੇ ਨਾਲ ਸਾਂਝ ਨਹੀਂ ਗੰਢਣੀ, ਉਹਨੇ ਆਪਣੇ ਆਪ ਨੂੰ ਹੀ ਸਾਰੀ ਜਦ ਤੱਕ ਉਹ ਜ਼ਿੰਦਾ ਹੈ ਅਗਾਂਹ ਲੰਘਣ ਦੀ ਹੋੜ ਵਿੱਚ ਇੱਕ ਸ਼ਾਮਲ ਰੱਖਣਾ। ਫਿਰ ਸ਼ੁਰੂ ਹੁੰਦਾ ਜੇ ਅਗਲਾ ਦੌਰ, ਹਾਂਜੀ, ਜਿੱਥੇ ਸੋਸ਼ਲ ਮੀਡੀਆ ਬਹੁਤ ਅਹਿਮ ਰੋਲ ਨਿਭਾਉਂਦਾ ਜੇ, ਜਿਹਦੇ ਵਿੱਚ ਅਸੀਂ ਇੰਨਾ ਕੁਛ ਸੱਚ ਝੂਠ ਮਿਲਾ ਕੇ ਦੇ ਦਿੰਨੇ ਆ ਕਿ ਉਹਨਾਂ ਨੂੰ ਜਿਵੇਂ ਛੋਟੇ ਹੁੰਦਿਆਂ ਮਿਲਜ਼ ਐਂਡ ਬੂਨਸ ਦੀਆਂ ਕਿਤੇ ਪੁਰਾਣੇ ਸਮੇਂ 'ਚ ਕਿਤਾਬਾਂ ਹੁੰਦੀਆਂ ਸੀ ਕਿ ਔਰਤ ਦੇ ਮਨ ਵਿੱਚ ਇੱਕ ਹੀਰੋ ਬਣ ਜਾਣਾ ਕੋਈ ਇਸ ਤਰੀਕੇ ਦਾ ਹੋਏਗਾ, ਉਸੇ ਤਰ੍ਹਾਂ ਦਾ ਅਸੀਂ ਇੱਕ ਸਿਸਟਮ ਤਿਆਰ ਕਰਕੇ ਰੱਖ ਦਿੱਤਾ ਹੈ ਜਿੱਥੇ ਇੱਕ ਬੇਟੀ ਤੇ ਇੱਕ ਬੇਟੇ ਨੂੰ ਆਪਣੇ ਲਈ ਇੱਕ ਪਰਫੈਕਟ ਮੈਚ ਲੱਭਣ ਦਾ ਉਹਨਾਂ ਨੂੰ ਇੱਕ ਚਾਅ ਜਾਂ ਜਨੂਨ ਪੈਦਾ ਹੋ ਜਾਂਦਾ ਕਿ ਸਾਡੇ ਅਧੀਨ ਹੀ ਇਹ ਕੰਮ ਕਰੇਗਾ, ਸਾਡੇ ਹਿਸਾਬ ਨਾਲ ਹੀ ਕੰਮ ਕਰੇਗਾ ਤੇ ਸਾਨੂੰ ਉਹ ਚਾਹੀਦਾ ਜੋ ਸਾਡੇ ਇੱਕ ਇਸ਼ਾਰੇ ਤੇ ਰੋਬੋਟ ਵਾਂਗ ਤੁਰੇ ਤੇ ਉਹਨੇ ਸਾਡੇ ਨਾਲ ਨਹੀਂ, ਮਤਲਬ ਸਾਡੇ ਵਿੱਚੋਂ ਕੋਈ ਖਾਮੀਆਂ ਨਹੀਂ ਲੱਭਣੀਆਂ ਬਲਕਿ ਸਾਡੇ ਅਕੋਰਡਿੰਗ ਜ਼ਿੰਦਗੀ ਜੀਣੀ ਹੈ। ਹੁਣ ਤੀਸਰਾ ਅਹਿਮ ਨੁਕਤਾ ਸ਼ੁਰੂ ਹੁੰਦਾ ਜੇ ਜਿੱਥੇ ਮਾਪਿਆਂ ਦਾ ਰੋਲ ਸ਼ੁਰੂ ਹੁੰਦਾ ਹੈ। ਜੋ ਅੱਗੇ ਕਿਹਾ ਜਾਂਦਾ ਸੀ ਭਾਈ ਤੁਸੀਂ ਵਸਣਾ ਹੈ, ਹੁਣ ਇਹ ਸੁਨੇਹਾ ਦੇ ਕੇ ਅਸੀਂ ਭੇਜਦੇ ਹਾਂ ਜਿਵੇਂ ਸਕੂਲਾਂ ਵਿੱਚ ਕਹਿੰਦੇ ਨੇ ਜੇ ਕਿਸੇ ਨੇ ਤੈਨੂੰ ਛੇੜਿਆ ਦੱਸੀ ਮੈਂ ਜਾ ਕੇ ਘਸੁੰਨ ਮਾਰੂੰਗਾ। ਬਿਲਕੁਲ ਉਂਝ ਹੀ ਤੈਨੂੰ ਕੋਈ ਚੂੰ ਕਰਕੇ ਤਾਂ ਵਿਖਾਵੇ ਤੂੰ ਫੋਨ ਕਰੀ, ਅਸੀਂ ਪੂਰਾ ਖਾਨਦਾਨ ਬੰਦੂਕਾਂ ਲੈ ਕੇ ਆਵਾਂਗੇ, ਉਡਾ ਦੇਵਾਂਗੇ। ਇਹ ਚੀਜ਼ਾਂ 'ਚ ਜ਼ਰਾ ਫਰਕ ਵੇਖੋ ਕਿ ਕਿਤੇ ਵੀ ਸਾਡੀ ਇੱਕ ਤਾਂ ਅਸਹਿਣਸ਼ੀਲਤਾ ਕਿ ਅਸੀਂ ਰੱਤੀ ਭਰ ਕਿਸੇ ਦਾ ਕੁਝ ਕਿਹਾ ਬਰਦਾਸ਼ਤ ਨਹੀਂ ਕਰ ਸਕਦੇ, ਫਿਰ ਅਸੀਂ ਦੂਜੇ ਦੇ ਉੱਤੇ ਆਪਣਾ ਪੂਰਾ ਹੱਕ ਜਮਾਉਂਦੇ ਹਾਂ ਕਿ ਦੂਜੇ ਲਈ ਸਾਹ ਲੈਣ ਦਾ ਵੀ ਥਾਂ ਨਹੀਂ ਛੱਡਦੇ ਕਿ ਇਹ ਜੇ ਮੇਰੀ ਹੈ ਤਾਂ ਮੇਰੇ ਹੁਕਮ ਅਨੁਸਾਰ ਮੈਂ ਜਿਸ ਤਰੀਕੇ ਦੀਆਂ ਨੂੰ ਬੰਨ ਦਿੱਤੀਆਂ ਵਾਗਾਂ ਉਹਨੇ ਉਂਝ ਹੀ ਕਰਨਾ, ਆਪਣੀ ਮਰਜ਼ੀ ਕਰ ਹੀ ਨਹੀਂ ਸਕਦੇ। ਤਾਂ ਬਰੀਥਿੰਗ ਸਪੇਸ ਦੇਣੀ ਅਸੀਂ ਛੱਡ ਦਿੱਤੀ। ਫਿਰ ਇੱਕ ਅਹਿਮ ਹੋਰ ਨੁਕਤਾ ਕਿ ਅਸੀਂ ਕਦੇ ਵੀ ਇਹ ਨਹੀਂ ਮਹਿਸੂਸ ਕਰਦੇ ਕਿ 2 ਜਣਿਆਂ ਨੇ ਵੱਖੋ ਵੱਖਰੇ ਖਾਨਦਾਨ ਚੋਂ, ਵੱਖਰੇ ਮਾਹੌਲ ਚੋਂ, ਵੱਖਰੀ ਸੋਚ ਨਾਲ ਇਕੱਠੇ ਹੋਣਾ ਜੇ, ਜਿੱਥੇ ਆ ਕੇ ਉਹਨਾਂ ਨੇ ਇੱਕ ਵੱਖ ਸੰਸਾਰ ਤੇ ਉਹਦੇ ਵਿੱਚ ਹੁਣ ਦੂਸਰੇ ਨੂੰ ਆਪਣੇ ਅਨੁਸਾਰ ਢਾਲਣਾ। ਯਾਨੀ ਮਿਸਾਲ ਦੇਣਾ ਚਾਹੁੰਦੀ ਹਾਂ ਵੀ ਆਪਣਾ ਜੇ ਪੈਰ ਗਿੱਲਾ ਹੋ ਜਾਏ ਕਿਤੋਂ ਤਾਂ ਫਿਰ ਆਪਾਂ ਕੀ ਚਾਹਾਂਗੇ, ਪੈਰੀ ਜੁੱਤੀ ਪਾ ਲਈਏ ਬਚਾਉਣ ਲਈ ਕਿ ਸਾਰੀ ਧਰਤੀ ਤੇ ਕਲੀਨ ਵਿਛਾ ਲੈਣਾ। ਬਸ ਇਹੋ ਜਿਹਾ ਹੀ ਅਸੀਂ ਕੁਛ ਮਾਹੌਲ ਸਿਰਜ ਰਹੇ ਹਾਂ ਕਿ ਆਪਣੇ ਆਪ ਨੂੰ ਅਸੀਂ ਤਬਦੀਲ ਨਹੀਂ ਕਰਨਾ, ਦੂਜੇ ਨੂੰ ਆਪਣੇ ਅਨੁਸਾਰ ਢਾਲਣਾ ਤੇ ਉਹਦੇ ਵਿੱਚ ਕਿਸੇ ਵੀ ਹਾਲ ਵਿੱਚ ਉਹਦੀ ਕੋਈ ਵੀ
ਯਾਨੀ ਇੱਕ ਵੱਖ ਪਛਾਣ ਉਹਨੂੰ ਅਸੀਂ ਖਤਮ ਕਰਕੇ ਆਪਣੇ ਚ ਮਰਜ ਕਰ ਲੈਣਾ। ਇਹੀ ਚੀਜ਼ ਜਿਹੜੀ ਇਹ ਸਾਰੀ ਤੋੜ ਫੋੜ ਛੇਤੀ ਟੁੱਟ ਫੁੱਟ ਤੇ ਫਿਰ ਇੱਕ ਉਹ ਮਿਸਟਰ ਪਰਫੈਕਟ ਜਾਂ ਮਿਸ ਪਰਫੈਕਟ ਲੱਭਣ ਦੇ ਚੱਕਰ ਵਿੱਚ ਅਸੀਂ ਰਿਸ਼ਤੇ ਘਰ ਤੋਂ ਬਾਹਰ ਵੀ ਲੱਭਦੇ ਹਾਂ, ਤੇ ਫਿਰ ਉਸੇ ਚੱਕਰ ਵਿੱਚ ਜਿੰਨਾ ਕੁ ਹੋਰ ਪਾੜ ਪੈ ਜਾਂਦਾ ਜੇ ਉਹ ਵਧੀ ਜਾਂਦਾ ਜੇ। ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਭਾਂਡੇ ਖੜਕੇ ਨੇ, ਰਾਤ ਰਾਤ ਚ ਉਹਨਾਂ ਨੂੰ ਨਿਬੇੜ ਲਈਏ, ਅਗਲੇ ਦਿਨ ਫਿਰ ਖੂਬਸੂਰਤ ਜ਼ਿੰਦਗੀ ਸ਼ੁਰੂ ਹੋ ਸਕਦੀ ਹੈ। ਅਸੀਂ ਉਹ ਪੁਰਾਣੀ ਫੱਟ ਨਾਲ ਲੈ ਕੇ ਚੱਲਦੇ ਹਾਂ ਕਿ ਨਹੀਂ, ਜਦ ਤੱਕ ਉਹ ਨਹੀਂ ਪੂਰਿਆ ਜਾਂਦਾ, ਜਦ ਤੱਕ ਅਗਲਾ ਮੇਰੇ ਤੋਂ ਮਾਫੀ ਨਹੀਂ ਮੰਗ ਲੈਂਦਾ, ਮੈਂ ਕੰਮ ਮੁਕਾਉਣਾ ਨਹੀਂ। ਯਾਨੀ ਉਹ ਸਾਡੀ ਈਗੋ, ਸਾਡੀ ਹੈਂਕੜ, ਸਾਡਾ ਜੋ ਵੀ ਮਰਜ਼ੀ ਕਹਿ ਲਓ, ਉਹ ਸਾਡੇ ਇਹਨਾਂ ਰਿਸ਼ਤਿਆਂ ਵਿੱਚ ਜਿੱਥੇ ਹੌਲੀ ਹੌਲੀ ਗੈਪ ਪੈਦਾ ਕਰ ਰਿਹਾ ਜੇ, ਉਹਦੇ ਵਿੱਚ ਸਾਡੀ ਇੱਕ ਹੋਰ ਅਹਿਮ ਨੁਕਤਾ ਵੜ ਗਿਆ ਕਿ ਆਪੋ ਆਪਣਾ ਸਾਡਾ ਕੈਰੀਅਰ, ਕਿ ਔਰਤ ਵੀ ਇਸ ਵੇਲੇ ਆਪਣੇ ਆਪ ਨੂੰ ਆਜ਼ਾਦ ਮੰਨਦੀ, ਕਹਿੰਦੀ ਹੈ ਕਿ ਵਿਆਹ ਸੈਕੰਡਰੀ ਹੈ, ਮੈਂ ਆਪਣਾ ਕੈਰੀਅਰ ਬਣਾਉਣਾ, ਟੌਪ ਤੇ ਜਾਣਾ। ਬਿਲਕੁਲ ਇਹੋ ਕੁਛ, ਕਿਉਂਕਿ ਮੇਲ ਈਗੋ ਵੀ ਸੇਮ ਹੀ ਚੀਜ਼ ਮੰਗਦੀ, ਉਹ ਵੀ ਇਹੋ ਕੁਛ ਹੀ ਕਰਨ ਨੂੰ ਤਿਆਰ ਹੁੰਦਾ ਕਿ ਮੇਰਾ ਆਪਣਾ ਪ੍ਰੋਫੈਸ਼ਨ, ਮੈਂ ਉਹਦੇ ਵਿੱਚ ਟੌਪ ਤੇ ਜਾਣਾ, ਤਾਂ ਫੈਮਿਲੀ ਲਾਈਫ ਸੈਕੰਡਰੀ। ਇਸ ਦੌੜ ਭੱਜ ਦੀ ਜ਼ਿੰਦਗੀ ਵਿੱਚ ਅਸੀਂ ਇਹ ਭੁੱਲ ਚੁੱਕੇ ਹਾਂ ਕਿ ਉਹ ਅਹਿਮ ਪਲ ਹੁੰਦੇ ਨੇ ਜਿਹੜੇ ਸਾਡੀ ਇਸ ਮਸ਼ੀਨਰੀ ਨੂੰ ਕਿਤੇ ਆਰਾਮ ਦੇਣ ਲਈ ਜ਼ਰੂਰੀ ਹੁੰਦੇ ਨੇ। ਯਾਨੀ ਉਹ ਅਹਿਮ ਪਲ ਜਿੱਥੇ ਇੱਕ ਦੂਜੇ ਦੀ ਨਿੱਕੀ ਪਿਆਰੀ ਜੱਫੀ ਜਾਂ ਇੱਕ ਬਹੁਤ ਪਿਆਰ ਨਾਲ ਬੁਲਾਏ ਕਿਸੇ ਬੋਲ ਨਾਲ ਵੀ ਤੁਹਾਡੇ ਮਨ ਦੀ ਭਟਕਣਾ, ਤੁਹਾਡੇ ਮਨ ਦਾ ਤਣਾਅ, ਸਭ ਕੁਛ ਉਹ ਉਸ ਥਾਂ ਤੇ ਖਤਮ ਹੋ ਸਕਦਾ। ਅਸੀਂ ਇਹ ਨੁਕਤਾ ਭੁਲਾ ਚੁੱਕੇ ਹਾਂ। ਇਹੀ ਕਾਰਨ ਹੈ ਦੋਸਤਾਂ ਤੋਂ ਵੀ ਦੂਰ, ਇਕੱਲੇ ਅਸੀਂ WhatsApp ਫਰੈਂਡਸ ਤੱਕ ਸੀਮਤ ਹੋ ਗਏ, Facebook ਫਰੈਂਡਸ ਤੱਕ ਸੀਮਤ ਹੋ ਗਏ। ਮੈਂ ਪੜ੍ਹੀਆਂ ਹੀ ਹੁਣ ਰੀਸੈਂਟਲੀ ਕਈ ਥਾਂ ਜਿੱਥੇ ਕਿਸੇ ਦੇ ਮੌਤ ਤੇ ਜਾਣਾ ਹੋਇਆ, ਜਿੱਥੇ ਗਰੁੱਪ ਦੇ ਵਿੱਚ ਯਾਨੀ ਹਜ਼ਾਰਾਂ ਨੇ ਕੀਤਾ ਪਿਆ, ਹਾਂਜੀ ਵੈਰੀ ਸੈਡ, ਰਿਪ ਰੁਪ ਕਰਕੇ, ਤੇ ਉੱਥੇ ਸਾਰੇ 20 ਜਣੇ ਵੀ ਨਹੀਂ ਸੀ ਪਹੁੰਚੇ। ਸੋ ਤੁਸੀਂ ਸਮਝ ਸਕਦੇ ਹੋ ਅਸੀਂ ਕਿਵੇਂ ਜ਼ਿੰਦਗੀ ਦੇ ਵਿੱਚ ਤਬਦੀਲੀ ਜੋ ਲਿਆ ਰਹੇ ਹਾਂ, ਇਹ ਸਾਨੂੰ ਇਕੱਲੇਪਨ ਵੱਲ ਤੋਰ ਰਹੀ ਹੈ। ਇੱਕ ਸਾਂਝ ਜਿਹੜੀ ਸੀ ਉਹ ਅਸੀਂ ਖਤਮ ਕਰ ਚੁੱਕੀ। ਇਹਦੇ ਵਿੱਚ ਸਾਰਾ ਕੁਝ ਕਿ ਅਸੀਂ ਮਿਸਾਲ ਵਜੋਂ ਮੈਂ ਤੁਹਾਨੂੰ ਵੀ ਜੇ ਮਿਲਣਾ, ਮੈਂ ਕੋਸ਼ਿਸ਼ ਕਰਾਂਗੀ ਕਿ ਮੈਸੇਜ ਹੀ ਟਾਈਪ ਕਰਨਾ, ਯਾਨੀ ਗੱਲ ਵੀ ਨਾ ਕੀਤੀ ਜਾਵੇ। ਇਹ ਹੁੰਦਾ ਜੇ ਜਿਹੜਾ ਤੁਹਾਡਾ ਜੋ ਅਸੀਂ ਮਨੁੱਖ ਇੱਕ ਸੋਸ਼ਲ ਐਨੀਮਲ ਆ, ਯਾਨੀ ਜਦੋਂ ਤੱਕ ਸਾਨੂੰ ਤਰੰਗਾਂ ਆਵਾਜ਼ ਰਾਹੀਂ ਨਹੀਂ ਪਹੁੰਚਦੀਆਂ, ਸਾਡਾ ਦਿਮਾਗ ਵੀ ਸ਼ਾਂਤ ਨਹੀਂ ਹੁੰਦਾ ਤੇ ਉਹ ਰਿਸ਼ਤਾ ਗੰਢ ਹੀ ਨਹੀਂ ਸਕਦਾ। ਸੋ ਅਸੀਂ ਉਹ ਬੇਸਿਕ ਸਾਈਕੋਲੋਜੀ ਖਤਮ ਕਰ ਦਿੱਤੀ ਹੈ ਕਿ ਇੱਕ ਨਿੱਕੀ ਤੋਂ ਨਿੱਕੀ ਚੀਜ਼ ਵੀ ਫੋਨ ਤੇ ਆਰਡਰ ਕਰ ਦਿਓ, ਘਰ ਆਏਗੀ, ਬਾਹਰ ਨਿਕਲੋ, ਸ਼ਕਲਾਂ ਵੇਖੋ, ਗੱਲ ਕਰੋ, ਉਹ ਸਭ ਕੁਝ ਖਤਮ ਹੋ ਗਿਆ। ਨਤੀਜਾ ਬਹੁਤ ਭਿਆਨਕ ਜੇ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਮੈਂ ਤੁਹਾਨੂੰ ਭੇਜਾਂਗੀ, ਜਿਹੜੀ ਕਹਿ ਰਹੀ ਹੈ ਕਿ ਇਸ ਵੇਲੇ 50 ਸਾਲ ਦੀ ਉਮਰ ਤੇ, ਜੋ 70 ਤੇ ਅਸੀਂ ਕਹਿੰਦੇ ਸਾਂ 70 ਹੋ ਗਿਆ, ਉਹ ਡਿਮੈਂਸ਼ੀਆ 50 ਸਾਲ ਦੀ ਉਮਰ ਤੇ ਸ਼ੁਰੂ ਹੋ ਚੱਲਿਆ ਜੇ, ਕਿਉਂਕਿ ਅਸੀਂ ਇੱਕ ਕਕੂਨ ਵਿੱਚ ਬੰਦ ਹੋ ਗਏ, ਆਪਣੇ ਤੱਕ ਸੀਮਤ, ਦੋਸਤਾਂ ਤੋਂ ਦੂਰ, ਆਪਣਿਆਂ ਤੋਂ ਦੂਰ, ਤੇ ਫਿਰ ਉਹ ਬੰਦ ਕਮਰੇ ਦੇ ਵਿੱਚ ਜਿਹੜੀ ਜ਼ਿੰਦਗੀ ਜੇ ਬਹੁਤ ਭਿਆਨਕ ਤੇ ਬੜੀ ਮਾੜੀ ਹੁੰਦੀ। ਡਾਕਟਰ ਸਾਹਿਬ, ਇੱਕ ਗੱਲ ਜਿਹੜਾ ਵੱਧ ਰਿਹਾ ਸਟ੍ਰੈਸ ਹੈ ਲਗਾਤਾਰ, ਉਹ ਵੀ ਇਸ ਜ਼ਿੰਦਗੀ ਨੂੰ ਹੋਰ ਵਿਗਾੜਨ ਦੇ ਵਿੱਚ ਅਹਿਮ ਯੋਗਦਾਨ ਕਹਿੰਦੇ ਪਾ ਰਿਹਾ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂ, ਬਿਲਕੁਲ, ਮੈਂ ਜ਼ਿਕਰ ਵੀ ਕੀਤਾ ਕਿ ਜਿਹੜਾ ਇਹ ਜ਼ਿੰਦਗੀ ਦਾ ਭੱਜ ਦੌੜ ਦਾ ਸਟ੍ਰੈਸ ਜੋ ਸਾਨੂੰ ਇਸ ਵੇਲੇ ਜਕੜ ਬੈਠਾ ਜੇ, ਇਹਨੇ ਸਾਡੇ ਦਿਮਾਗ ਦਾ ਬੌਧਿਕ ਵਿਕਾਸ ਵਾਲਾ ਹਿੱਸਾ ਤੇ ਜਿਹੜਾ ਸਾਡੇ ਦਿਮਾਗ ਦੇ ਸੋਚ ਸਮਝ ਕੇ ਕੁਝ ਫੈਸਲੇ ਲੈਣ ਵਾਲੇ ਹਿੱਸੇ ਹੁੰਦੇ ਨੇ, ਇਹਨਾਂ ਦਾ ਕੰਮਕਾਰ 70% ਘਟਾ ਦਿੰਦਾ ਹੈ। ਇਹ ਸਾਡੇ ਕੋਲ ਟੈਸਟ ਮੌਜੂਦ ਨੇ, ਖੋਜਾਂ ਮੌਜੂਦ ਨੇ। ਤਾਂ ਤੁਸੀਂ ਸਮਝ ਸਕਦੇ ਹੋ ਕਿ ਜੇ 70% ਸਾਡਾ ਬੌਧਿਕ ਵਿਕਾਸ ਜਾਂ ਸੋਚਣ ਸਮਝਣ ਦੀ ਸ਼ਕਤੀ ਘਟ ਗਈ ਉਸ ਸਟ੍ਰੈਸ ਦੇ ਅਧੀਨ, ਤਾਂ ਫਿਰ ਅਸੀਂ ਇਹ ਚੀਜ਼ਾਂ ਦਾ ਇੱਕ ਪਾਸੇ ਸੁੱਟ ਦਿੰਦੇ ਆ, ਇਹ ਤਾਂ ਬਿਲਕੁਲ ਹੀ ਅਹਿਮ ਨਹੀਂ ਨੇ। ਜਦ ਕਿ ਉਸ ਮੌਕੇ ਸਭ ਤੋਂ ਅਹਿਮ ਚੀਜ਼ ਸਾਨੂੰ ਸ਼ਾਂਤ ਕਰਨ ਵਾਲੀ ਇਹੀ ਮੁਹੱਬਤ, ਇਹੀ ਇਸ਼ਕ, ਇਹੀ ਪਿਆਰ ਹੀ ਹੁੰਦਾ ਜੇ। ਉਹ ਭਾਵੇਂ ਰੱਬ ਨਾਲ ਹੋਵੇ, ਭਾਵੇਂ ਆਪਣੀ ਜੀਵਨ ਸਾਥਣ ਨਾਲ, ਬੱਚੇ ਨਾਲ, ਕਿਸੇ ਫਾਲਤੂ ਜਾਨਵਰ ਨਾਲ, ਰੱਬ ਨਾਲ, ਯਾਨੀ ਕਿਸੇ ਵੀ ਨਾਲ ਕਰੋ, ਪਰ ਉਹ ਸਮਾਂ ਬਹੁਤ ਅਹਿਮ ਹੁੰਦਾ ਜੇ ਆਪਣਾ ਤਣਾਅ ਛੱਡ ਕੇ ਆਪਣੇ ਅੰਦਰ ਝਾਤ ਮਾਰਨ ਦੀ, ਆਪਣੇ ਮਨ ਨਾਲ ਗੱਲ ਕਰਨ ਦੀ ਕਿ ਮੈਂ ਕਿੱਥੇ ਗਲਤ ਹਾਂ, ਕਿੱਥੇ ਠੀਕ ਹਾਂ, ਮੈਂ ਕੀ ਤਬਦੀਲੀ ਆਪਣੇ ਅੰਦਰ ਲਿਆ ਸਕਦਾ। ਉਹ ਚੀਜ਼ਾਂ ਅਸੀਂ ਬਿਲਕੁਲ ਨਹੀਂ ਵੇਖਦੇ, ਉਹ ਝਾਕਣਾ ਹੀ ਬੰਦ ਕਰ ਦਿੱਤਾ।
ਉੱਪਰੋਂ ਸਾਡੇ ਟੱਬਰ ਸਾਂਝ ਜਿਹੜੇ ਹੁੰਦੀ ਸੀਗੀ ਕਿ ਚਾਚੇ ਤਾਇਆਂ ਦੀ ਮਾਮਿਆਂ ਦੀ, ਉਹ ਤਾਂ ਉੱਕਾ ਹੀ ਖਤਮ ਹੋ ਗਈ, ਉਹ ਤਾਂ ਹਾਨੀ ਨਹੀਂ। ਤੇ ਉਹਦੇ ਵਿੱਚ ਵੀ ਹੁਣ ਜਿਹੜੇ ਰਿਸ਼ਤੇ ਨੇ ਉਹ ਅਸੀਂ ਸਕੇ ਮਾਪਿਓ ਘਰ ਵਿੱਚ ਨਹੀਂ ਟਿਕਣ ਦਿੰਦੇ ਤੇ ਬਾਕੀ ਰਿਸ਼ਤੇਦਾਰੀ ਨੇ ਕਿੱਥੇ ਆਣੀ। ਸੋ ਉਹ ਜਿਹੜੀ ਸਾਡੇ ਸਾਰੇ ਪਾਸਿਓਂ ਹੀ ਸਾਂਝ ਖਤਮ ਹੁੰਦੀ ਜਾਂਦੀ ਜੇ, ਉਹ ਸਾਡੇ ਹੌਲੀ ਹੌਲੀ ਇਹ ਰਿਸ਼ਤਿਆਂ ਵਿੱਚ ਫਿੱਕ ਵੀ ਪਾਉਂਦੀ ਜੇ, ਕਿਉਂਕਿ ਇਹਦੇ ਨਾਲ ਪੁਰਾਣੇ ਸਮੇਂ ਜਿਹੜੀਆਂ ਨਿੱਕੀਆਂ ਮੋਟੀਆਂ ਲੜਾਈਆਂ ਹੁੰਦੀਆਂ ਸੀ ਤਾਂ ਵੱਡੇ ਸਾਰੇ ਰਿਸ਼ਤੇਦਾਰ ਵਿੱਚ ਪੈਂਦੇ ਸਨ, ਉਹ ਨਿੱਕੀ ਮੋਟੀ ਗੱਲ ਖਤਮ ਹੋ ਜਾਂਦੀ ਸੀ, ਸਾਰੇ ਉਸੇ ਤਰ੍ਹਾਂ ਹੀ ਫਿਰ ਹੱਸਦੇ ਖੇਡਦੇ ਸਨ। ਹੁਣ ਅਸੀਂ ਜਰਦੇ ਨਹੀਂ ਇੱਕ ਦੂਜੇ ਨੂੰ, ਯਾਨੀ ਜੇ ਦਿਓਰ ਜੇਠ ਦੇ ਵੀ ਬੱਚੇ ਨਾਲ ਆ ਜਾਣ ਤਾਂ ਅਸੀਂ ਆਪਣੇ ਬੱਚੇ ਦੇ ਕੰਨ ਵਿੱਚ ਇਸ਼ਾਰਾ ਕਰ ਦਿੰਦੇ ਹਾਂ, ਹੌਲੀ ਜਿਹੀ ਫੂਕ ਮਾਰ ਕੇ ਆਪਣਾ ਖਿਡੌਣਾ ਲਗਾ ਲੈ, ਮਹਿੰਗਾ ਤੋੜ ਨਾ ਦਵੇ। ਤੇ ਅੱਗੇ ਹੁੰਦੇ ਸਨ ਕਿ ਖੋਲ ਕੇ ਸਾਹਮਣੇ ਸਾਰੇ ਰੱਖ ਦੇਣੇ, ਆਓ ਸਾਰੇ ਖੇਡੋ, ਟਪੂਸੀਆਂ ਮਾਰੋ, ਦੌੜੋ ਭੱਜੋ। ਹੁਣ ਤਾਂ ਕਿਸੇ ਦੇ ਘਰ ਵੀ ਜਾਣਾ ਜੇ ਨਾ, ਬੜੀ ਵਾਰ ਮੈਂ ਜਾ ਕੇ ਦੇਖ ਲਿਆ ਕਿ ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਜਣਾ ਆਪੋ ਆਪਣੇ ਹੱਥ ਵਿੱਚ ਮੋਬਾਈਲ ਫੜ ਕੇ ਬੈਠਾ ਹੁੰਦਾ ਜੇ। ਕਮਰੇ ਵਿੱਚ 7 ਜਣੇ ਨੇ ਤਾਂ ਸੱਤੋਂ ਆਪੋ ਆਪਣੇ ਮੋਬਾਈਲ 'ਚ ਬਿਜ਼ੀ ਨੇ, ਆਪਸ ਵਿੱਚ ਗੱਲ ਕਦੇ ਘੱਟ ਹੀ ਕੋਈ ਕਰਦਾ ਜੇ। ਤਾਂ ਇਹ ਮਾਹੌਲ ਦੇ ਵਿੱਚ ਦੱਸੋ ਕੀ ਕਰੀਏ, ਕਿੱਥੇ ਅਸੀਂ ਲੱਭੀਏ ਕੋਈ ਰਿਸ਼ਤੇ ਗੰਢਣ ਦਾ ਢੰਗ। ਤੇ ਡਾਕਟਰ ਸਾਹਿਬ ਜਿਹੜੇ ਵਿਆਹੁਤਾ ਜੋੜੇ ਆ, ਕਈਆਂ ਦੇ ਬੱਚੇ ਨਹੀਂ ਪੈਦਾ ਹੁੰਦੇ ਸਟ੍ਰੈਸ ਕਾਰਨ, ਜਾਂ ਹੋਰ ਵੀ ਕੋਈ ਕਾਰਨ ਇਹਦੇ ਚ ਹੈਗੇ? ਦੇਖੋ ਬਹੁਤ ਸਾਰੀਆਂ ਔਰਤਾਂ ਇਸ ਵੇਲੇ ਆਪ ਹੀ ਨਹੀਂ ਚਾਹੁੰਦੀਆਂ ਕਿ ਸਾਡੇ ਬੱਚੇ ਹੋਣ, ਮੈਂ ਸਰੋਗੇਟ ਮਦਰ ਬਣਾ ਲਾਂਗੀ, ਜਾਂ ਜਿੰਨੇ ਪੜ੍ਹ ਲਿਖ ਕੇ ਅਗਾਂਹ ਵਧੂ ਜਾਂ ਜਿਨ੍ਹਾਂ ਨੂੰ ਆਪਣਾ ਕੈਰੀਅਰ ਵੱਲ ਬਹੁਤ ਜ਼ਿਆਦਾ ਧਿਆਨ ਹੋਏ, ਉਹ ਔਰਤਾਂ ਕਾਫੀ ਹੱਦ ਤੱਕ ਇਸ ਪੱਖੋਂ ਸੋਚਦੀਆਂ ਨਹੀਂ, ਕਿਉਂਕਿ ਉਹਨਾਂ ਨੂੰ ਹੁੰਦਾ ਵੀ ਉਹ 6 ਮਹੀਨੇ ਵੀ ਅਸੀਂ ਜਿਹੜੀ ਬਾਅਦ ਦੀ ਲੀਵ ਵੀ ਸਾਡਾ ਕੈਰੀਅਰ ਰੋਕੇਗੀ ਤੇ ਪਹਿਲਾਂ ਦੇ 9 ਮਹੀਨੇ ਵੀ ਅਸੀਂ ਔਖੇ ਹੋਵਾਂਗੇ, ਤਾਂ ਅਸੀਂ ਇਹ ਕਰਨਾ ਹੀ ਨਹੀਂ। ਯਾਨੀ ਇਹ ਸੋਚ ਹੌਲੀ ਹੌਲੀ ਨਵੀਂ ਪੀੜ੍ਹੀ ਦੀ ਜੋ ਇਸ ਵੇਲੇ ਸਾਡੀ ਆ ਰਹੀ ਹੈ, ਬੇਟੀਆਂ ਦੀ ਜਿਹੜੀਆਂ ਅਗਾਂਹ ਵਧੂ ਨੇ, ਜਿਹੜੀਆਂ ਯਾਨੀ ਕੁਝ ਕੈਰੀਅਰ ਆਪਸ਼ਨਸ ਚੁਣ ਕੇ ਅੱਗੇ ਜਾ ਰਹੀਆਂ ਨੇ। ਦੂਸਰਾ ਇੱਕ ਅਹਿਮ ਨੁਕਤਾ ਜੇ, ਸਾਡੀ ਜ਼ਿੰਦਗੀ ਵਿੱਚ ਸ਼ਰਾਬ ਤੇ ਡਰੱਗਸ ਕੁਛ ਇਸ ਕਦਰ ਰਚ ਵਿੱਚ ਗਈਆਂ ਨੇ ਕਿ ਇਹਨਾਂ ਨੂੰ ਵੱਖ ਕਰਨਾ ਲਗਭਗ ਨਾਮੁਮਕਿਨ ਹੋ ਗਿਆ, ਜਿਸ ਸੁਸਾਇਟੀ ਵਿੱਚ ਇਸ ਵੇਲੇ ਪਹੁੰਚ ਰਹੀਆਂ ਨੇ। ਜੇ ਅੰਕੜੇ ਹੀ ਮੈਂ ਪੜ੍ਹਾਂ, ਜੇ ਸਾਡੇ ਨੈਸ਼ਨਲ ਅੰਕੜੇ ਵੀ ਜਾਂ ਹੋਰ ਵੀ ਜੋ ਅੰਤਰਰਾਸ਼ਟਰੀ ਅੰਕੜੇ ਆਏ ਨੇ ਇਸ ਵੇਲੇ ਲੇਟੈਸਟ, ਪਤਾ ਨਹੀਂ ਤੁਸੀਂ ਪਰਸੋਂ ਦੀ ਨਿਊਜ਼ ਪੜ੍ਹੀ ਜਾਂ ਨਹੀਂ, ਤੇ ਇੱਕ ਕੱਲ ਦੀ ਵੀ ਟ੍ਰਿਬਿਊਨ ਦੀ ਜੋ ਨਿਊਜ਼ ਸਾਡੇ ਕੋਲ ਹੈ ਕਿ ਕਿਵੇਂ ਨਸ਼ੇ ਸਾਡੇ ਅੰਦਰ ਘਰ ਕਰ ਚੁੱਕੇ ਨੇ। ਲੱਖਾਂ ਦੀ ਗਿਣਤੀ ਵਿੱਚ ਨਾ ਸਿਰਫ ਮੁੰਡੇ ਬਲਕਿ ਨੌਜਵਾਨ ਬੇਟੀਆਂ ਇਹ ਸ਼ਰਾਬ ਨੂੰ ਤਾਂ ਹੁਣ ਨਸ਼ਾ ਗਿਣਨਾ ਹੀ ਛੱਡ ਗਏ, ਪਰ ਕਿਸ ਤਰੀਕੇ ਉਹ ਹਾਰਡ ਡਰੱਗ ਐਡਿਕਟਸ ਵੀ ਬਣੇ ਜਾਂਦੇ ਨੇ, ਉਹਨਾਂ ਸਦਕਾ ਵੀ ਇੱਕ ਅਹਿਮ ਇਹ ਕਾਰਨ ਬਣਦਾ ਜਾਂਦਾ ਜੇ ਕਿ ਉਹ ਨਪੁੰਸਕ ਬਣਦੇ ਜਾ ਰਹੇ ਨੇ। ਫਿਰ ਲੈਪਟਾਪ ਇੱਕ ਅਹਿਮ ਇਹ ਵੀ ਕਾਰਨ, ਜਦੋਂ ਅਸੀਂ ਉੱਤੇ ਰੱਖ ਕੇ ਲੰਬੇ ਸਮੇਂ ਤੱਕ ਲੈਪਟਾਪ ਪੱਟਾਂ ਉੱਤੇ ਰੱਖ ਕੇ ਕਰਦੇ ਹਾਂ ਕੰਮ, ਉਹਦੀਆਂ ਰੇਜ਼ ਨਾਲ ਵੀ ਇਹ ਸਟੱਡੀ ਆ ਚੁੱਕੀ ਜੇ ਕਿ ਸਪਰਮ ਕਾਊਂਟ ਤੇ ਜਾਂ ਓਵਰੀਜ਼ ਤੇ ਵੀ ਇਹ ਫਰਕ ਪਾਉਂਦੇ ਨੇ। ਸੋ ਇਸੇ ਲਈ ਸਪਸ਼ਟ ਕਹਿ ਦਿੱਤਾ ਗਿਆ ਕਿ 20 ਮਿੰਟ ਤੋਂ ਉੱਪਰ ਤੁਸੀਂ ਆਪਣੇ ਪੱਟਾਂ ਤੇ ਲੈਪਟਾਪ ਨਹੀਂ ਰੱਖਣਾ, ਉਹ ਵੀ ਇੱਕ ਕਾਰਨ ਬਣਦਾ ਜਾਂਦਾ ਜੇ। ਫਿਰ ਇਹਦੇ ਨਾਲ ਸਟ੍ਰੈਸ ਜਾਂ ਤਣਾਅ, ਇਹ ਵੀ ਬਹੁਤ ਅਹਿਮ ਕਾਰਨ ਜੇ ਜਿਹੜਾ ਤੁਹਾਡੇ ਸਰੀਰਕ ਸੰਬੰਧ ਬਣਾਉਣ ਵਿੱਚ ਵੀ ਅੜਚਣ ਪਾਉਂਦਾ ਜੇ ਤੇ ਤੁਹਾਡੀ ਰਿਪਰੋਡਕਟਿਵ ਹੈਲਥ ਤੇ ਵੀ ਅਸਰ ਪਾਉਂਦਾ ਜੇ। ਫਿਰ ਨੁਕਤਾ ਆਉਂਦਾ ਜੇ ਖਾਣ ਪੀਣ ਦਾ, ਸਾਡਾ ਵਿਗੜਿਆ ਖਾਣ ਪੀਣ, ਜਿਸ 'ਚ ਅਸੀਂ ਪ੍ਰੋਸੈਸਡ ਚੀਜ਼ਾਂ, ਮਾਈਕਰੋ ਪ੍ਰੋਸੈਸਡ ਚੀਜ਼ਾਂ, ਤੇ ਜਿਸ ਤਰੀਕੇ ਦਾ ਸਾਡਾ ਇਸ ਵੇਲੇ ਮਾਹੌਲ ਹੈ ਕਿ ਲਗਾਤਾਰ ਹਰ ਰੋਜ਼ ਬਾਹਰ ਖਾਣਾ, ਉਹਨਾਂ ਵਿੱਚ ਵੀ ਬਹੁਤ ਅਹਿਮ ਚੀਜ਼ਾਂ ਨੇ ਜਿਹੜੀਆਂ ਪ੍ਰੀਜ਼ਰਵੇਟਿਵਸ ਸਾਡੇ ਇਸੇ ਤਰੀਕੇ ਸਾਡੀ ਰਿਪਰੋਡਕਟਿਵ ਹੈਲਥ ਤੇ ਅਸਰ ਪਾਉਂਦੇ ਨੇ। ਸੋ ਇਹ ਖੁਰਾਕ ਦੇ ਨਾਲ ਨਾਲ ਜਿਹੜੀ ਓਬੈਸਿਟੀ, ਸਾਡਾ ਮੋਟਾਪਾ ਜਿਹੜਾ ਆਉਂਦਾ ਜਾਂਦਾ ਜੇ, ਮੈਟਾਬੋਲਿਕ ਸਿੰਡਰੋਮ ਜਿਹਦੇ ਵਿੱਚ ਡਾਇਬਟੀਜ਼ ਇੱਕ ਅਹਿਮ ਰੋਲ ਨਿਭਾ ਰਹੀ ਹੈ, ਤੇ ਉਹ ਆਪਣੇ ਆਪ ਵਿੱਚ ਸ਼ੱਕਰ ਰੋਗ ਵੀ ਇਸੇ ਤਰੀਕੇ ਦੀ ਤੁਹਾਨੂੰ ਇਨਫਰਟੀਲਿਟੀ ਵੱਲ ਲੈ ਜਾਂਦਾ ਜੇ, ਜਿੱਥੇ ਤੁਸੀਂ ਉਹ ਸੰਬੰਧ ਬਣਾਉਣ ਜੋਗੇ ਹੀ ਨਹੀਂ ਬਚਦੇ। ਤਾਂ ਬਹੁਤ ਸਾਰੇ ਕਾਰਨ ਨੇ ਜਿਹੜੇ ਰਲ ਮਿਲ ਕੇ ਇਸ ਪਾਸੇ ਵੱਲ ਨੂੰ ਤੋਰ ਰਹੇ। ਤੇ ਡਾਕਟਰ ਸਾਹਿਬ ਇਹ ਵੀ ਇੱਕ ਕਾਰਨ ਮੰਨਿਆ ਜਾਂਦਾ ਵੀ ਸਪਰਮ ਕਾਊਂਟ ਵੀ ਲਗਾਤਾਰ ਘਟ ਰਿਹਾ, ਇਹ ਵੀ ਇੱਕ ਪ੍ਰੋਬਲਮ ਬਣਦਾ ਜਾ ਰਿਹਾ ਜੀ। ਉਹ ਵੀ ਕਾਰਨ ਸਪਰਮ ਕਾਊਂਟ ਘਟਣ ਦੇ ਵੀ ਮੈਂ ਦੱਸਿਆ ਕਿ ਸਭ ਤੋਂ ਅਹਿਮ ਡਰੱਗਸ ਹੀ ਨੇ ਜਿਹੜੀਆਂ ਅਸੀਂ ਛੱਡ ਨਹੀਂ ਰਹੇ। ਐਲਕੋਹਲ ਅਸੀਂ ਉਹਨੂੰ ਹੁਣ ਗਿਣਨਾ ਹੀ ਛੱਡਤਾ, ਨਸ਼ਾ ਵੀ ਉਹ ਤਾਂ ਰੂਟੀਨ ਹੈ, ਪਾਣੀ ਪੀਤਾ ਕਿ ਉਹ ਪੀਤਾ ਸੀ ਕੋਈ ਗੱਲ ਹੈ। ਸੋ ਉਹ ਬਹੁਤ ਅਹਿਮ ਕਾਰਨ ਜੀ। ਜਿਵੇਂ ਮੈਂ ਇੱਕ ਹੋਰ ਦੱਸਿਆ ਵੀ ਸਾਡੀ
ਜਿਹੜੀ ਲੈਪਟਾਪ ਦੀ ਸਮੱਸਿਆ ਇਹ ਵੀ ਸਪਰਮ ਕਾਊਂਟ ਘਟਾ ਰਹੀ ਹੈ। ਤੇ ਇਹਦੇ ਨਾਲੋਂ ਨਾਲ ਅਸੀਂ ਜਿਹੜੀ ਤਰ੍ਹਾਂ ਦੀ ਵੇਲੇ ਗੋਲੀਆਂ ਖਾਣ ਲੱਗ ਗਏ ਆ ਜੋ ਸਾਡੇ ਕੋਲ ਅਵੇਲੇਬਲ ਨੇ ਕਿ ਮੁੰਡਾ ਪੈਦਾ ਹੋਣਾ, ਅੱਗੇ ਤਾਂ ਸਿਰਫ ਔਰਤਾਂ ਨੂੰ ਦਿੰਦੇ ਸਨ ਟੈਸਟੋਸਟੇਰੋਨ ਦੀਆਂ ਗੋਲੀਆਂ ਕਿ ਮੁੰਡੇ ਪੈਦਾ ਹੋਣ ਲਈ ਇਹ ਖਾ ਲੈਣ, ਉਹਦੇ ਨਾਲ ਹੀ ਜਿਹੜੇ ਪੈਦਾ ਹੋਣੇ ਸ਼ੁਰੂ ਹੋਏ। ਤੇ ਫਿਰ ਦੂਜੇ ਪਾਸੇ ਹੁਣ ਮਰਦਾਨਾ ਕਮਜ਼ੋਰੀ ਲਈ ਇਹ ਕਹਿ ਕੇ ਜਿਹੜੀਆਂ ਉਹ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਉਹ ਸਗੋਂ ਖਤਰਨਾਕ ਸਾਬਤ ਹੋ ਰਹੀਆਂ। ਤੇ ਇਹ ਸਾਰੇ ਮਾਹੌਲ ਦੇ ਵਿੱਚ ਕਿਵੇਂ ਯੂਥ ਬਚੇ, ਕਿਵੇਂ ਜਿਹੜੇ ਵਿਆਹੁਤਾ ਜੋੜੇ ਬਚਣ, ਉਹ ਕਿਵੇਂ ਉਹਨਾਂ ਦੀ ਜ਼ਿੰਦਗੀ ਸੈਟਲ ਰਹਿ ਸਕੇ, ਇਹਦੇ ਲਈ ਕੀ ਕੁਝ ਕਰਨ ਦੀ ਲੋੜ ਹੈ? ਇਸ ਵੇਲੇ ਜੀ ਬਹੁਤ ਭਾਰੀ ਗਿਣਤੀ ਜਿੱਥੇ ਇਨਫਰਟੀਲਿਟੀ ਸੈਂਟਰ ਖੁੱਲੇ ਨੇ ਉੱਥੇ ਹੀ ਤੁਸੀਂ ਇਹ ਦੇਖੋ ਕਿ ਕਿਸ ਤਰੀਕੇ ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ, ਕਿਸ ਤਰੀਕੇ ਜ਼ਿੰਦਗੀ ਜਿਉਣ ਦੇ ਢੰਗ ਆਣੇ ਚਾਹੀਦੇ ਨੇ। ਖਰਬਾਂ ਦਾ ਕਾਰੋਬਾਰ ਸ਼ੁਰੂ ਹੋ ਚੁੱਕਿਆ ਜੇ, ਜ਼ਰਾ ਦੇਖ ਲਿਓ ਤੁਸੀਂ ਐਡਸ ਦੇ ਵਿੱਚ ਤੇ ਉਹ ਦੇਖਿਓ ਕਿੰਨੇ ਕਿੰਨੇ ਲੋਕ ਬਾਹਰਲੇ ਮੁਲਕਾਂ ਤੋਂ ਵੀ ਇੱਥੇ ਭਾਰਤ ਵਿੱਚ ਵੀ ਪਹੁੰਚ ਰਹੇ ਨੇ ਤੇ ਜਿਸ ਤਰੀਕੇ ਉਹ ਸ਼ਿਵਰ ਲੱਗਦੇ ਨੇ ਕਿ ਇੱਥੇ ਜੀ ਅਸੀਂ ਜ਼ਿੰਦਗੀ ਜੀਣ ਦਾ ਢੰਗ ਸਿਖਾਵਾਂਗੇ, ਕਿਵੇਂ ਸ਼ਾਂਤ ਹੋਣਾ ਉਹ ਸਿਖਾਵਾਂਗੇ। ਤਾਂ ਉਹ ਜਿਹੜੇ ਜਿਸ ਪੈਟਰਨ ਤੇ ਉਹ ਕੀਤੇ ਜਾ ਰਹੇ ਨੇ ਕਿ ਉਹ 15-15 ਦਿਨ ਦੇ ਇਸ ਤਰੀਕੇ ਦੇ ਸ਼ਿਵਰ ਲਾਉਂਦੇ ਨੇ ਜਿੱਥੇ ਉਹ ਮੋਬਾਈਲ ਬੰਦ, ਇੰਟਰਨੈਟ ਬੰਦ, ਤੇ ਕਿਵੇਂ ਉਹਨਾਂ ਨੂੰ ਅੰਡਰਕਲੋਥ ਲਵਾ ਕੇ ਤੇ ਖੁੱਲੇ ਹਰ ਇੱਕ ਨੂੰ ਕੁੜਤੇ ਲੰਬੇ ਪਵਾ ਕੇ ਤੇ ਫਿਰ ਉਹ ਸ਼ਾਂਤ ਕਹਿਣ ਲਈ ਤੁਸੀਂ ਬੈਠ ਜਾਓ ਤੇ ਜਿਹੜੇ ਵੀ ਰੱਬ ਨੂੰ ਧਿਆਉਣਾ ਹੈ, ਓਮ ਕਹਿਣਾ ਜਾਂ ਵਾਹਿਗੁਰੂ ਕਹਿਣਾ, ਤੁਸੀਂ ਅੱਖਾਂ ਬੰਦ ਕਰਕੇ ਤੇ ਉਹ ਅੱਧਾ ਘੰਟਾ ਟ੍ਰੇਨਿੰਗ ਕਰੋ, ਮਨ ਨੂੰ ਸ਼ਾਂਤ ਕਰੋ ਤੇ ਫਿਰ ਜਾ ਕੇ ਸ਼ੁਰੂ ਕਰੋ। ਇਸ ਚੀਜ਼ ਦੇ ਵਿੱਚ ਸੱਚ ਦੱਸਾਂ ਆਪੋ ਆਪਣੀ ਸੋਚ ਹੈ, ਮੈਨੂੰ ਪਾਖੰਡ ਇਸ ਕਰਕੇ ਲੱਗਦਾ ਜੇ ਕਿ ਅਸੀਂ ਉਸ ਸਾਰੇ ਵਰਤਾਰੇ ਤੋਂ ਬਾਅਦ ਤਬਦੀਲ ਨਹੀਂ ਹੁੰਦੇ। ਮੈਂ ਬਹੁਤ ਸਾਰੇ ਅਣਗਿਣਤ ਇਹੋ ਜਿਹੇ ਲੋਕ ਮਿਲ ਚੁੱਕੀ ਹਾਂ ਜਿਹੜੇ ਇਸ ਤਰ੍ਹਾਂ ਦੇ ਕੈਂਪਸ ਲਾਉਂਦੇ ਨੇ, ਵਾਪਸ ਆ ਕੇ ਉਸੇ ਮਾਹੌਲ ਵਿੱਚ ਉਸੇ ਤਰ੍ਹਾਂ ਹੀ ਵਾਪਸ ਤੁਰ ਜਾਂਦੇ। ਇਹਦਾ ਮਤਲਬ ਇਹ ਗੱਲ ਤਾਂ ਅਸਲ ਜੋ ਨੁਕਤਾ ਜੇ ਆਪਣੇ ਮਨ ਨੂੰ ਸਮਝਾਉਣ ਦੀ, ਯਾਨੀ ਮਨ ਸਭ ਕੁਝ ਜਾਣਦਾ ਹੈ ਤੇ ਫਿਰ ਵੀ ਉਹਦੇ ਬਾਵਜੂਦ ਗਲਤ ਰਾਹ ਅਖਤਿਆਰ ਕਰਦਾ ਹੈ। ਹੁਣ ਦੇਖੋ ਨਾ, ਸਾਨੂੰ ਪਤਾ ਹੈ ਕਿ ਸਿਗਰਟ ਪੀਣ ਨਾਲ ਕੈਂਸਰ ਹੁੰਦਾ ਹੈ, ਕੀ ਲੋਕਾਂ ਨੇ ਸਿਗਰਟ ਪੀਣੀ ਛੱਡ ਦਿੱਤੀ? ਸਾਨੂੰ ਪਤਾ ਹੈ ਤੇਜ਼ ਕਾਰ ਚਲਾਵਾਂਗੇ ਐਕਸੀਡੈਂਟ ਹੋਣਾ ਹੈ, ਕਿ ਤੇਜ਼ ਕਾਰਾਂ ਨਹੀਂ ਚੱਲ ਰਹੀਆਂ। ਹਰ ਚੀਜ਼ ਜਾਣਦੇ ਬੁੱਝਦੇ ਵੀ ਸਾਡਾ ਮਨ ਕਾਬੂ ਵਿੱਚ ਨਹੀਂ, ਜਿਸ ਕਾਰਨ ਇਹ ਸਾਰੀ ਤਬਦੀਲੀ ਅਸੀਂ ਦੇਖ ਰਹੇ ਹਾਂ। ਤੇ ਇਹਨਾਂ ਕੈਂਪਸ ਵਿੱਚ ਵੀ ਮਨ ਨੂੰ ਕਾਬੂ ਕਰਨਾ ਹੀ ਸਿਖਾਇਆ ਜਾਂਦਾ ਹੈ ਤੇ ਮਨ ਨੂੰ ਕਾਬੂ ਕਰਨ ਦਾ ਸਭ ਤੋਂ ਅਹਿਮ ਨੁਕਤਾ ਜੇ ਮੁਹੱਬਤ, ਪਿਆਰ। ਆਪਣੇ ਘਰ ਦੇ ਅੰਦਰ ਖੁਸ਼ੀਆਂ ਨੇ ਜਿਨ੍ਹਾਂ ਨੂੰ ਪਛਾਣਨ ਦੀ ਲੋੜ ਹੈ। ਤੁਸੀਂ ਇੱਕ ਵੀ ਦਿਨ ਸਵੇਰ ਦੇ ਵੇਲੇ ਉੱਠ ਕੇ ਜ਼ਰਾ ਦੇਖਿਓ ਹਵਾ ਦੇ ਨਾਲ ਜਿਹੜੀ ਪੱਤਿਆਂ ਦੀ ਸਰਸਰਾਹਟ ਵੀ ਤੁਹਾਨੂੰ ਕਿੰਨਾ ਆਰਾਮ ਦੇ ਦਿੰਦੀ। ਤੁਸੀਂ ਨਿੱਕੀਆਂ ਨਿੱਕੀਆਂ ਚਿੜੀਆਂ ਦਾ ਚਹਿਕਣਾ, ਉਹਨਾਂ ਦੇ ਰੰਗ ਬਿਰੰਗੇ ਖੰਭ, ਇਹ ਵੀ ਜੇ ਤੁਸੀਂ ਥੋੜੀ ਦੇਰ ਗੌਰ ਕਰੋਗੇ ਤੁਸੀਂ ਦੇਖੋਗੇ ਸਾਰੀ ਚਿੰਤਾ ਮਿਟ ਗਈ। ਤੁਸੀਂ ਉਸਦੇ ਵਿੱਚ ਹੀ ਮਗਨ ਹੋ ਜਾਂਦੇ ਹੋ, ਮਨ ਸ਼ਾਂਤ ਹੋ ਜਾਂਦਾ। ਤੇ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੱਸ ਦਿੰਨੀ ਹਾਂ ਜੋ ਡਾਕਟਰੀ ਨੁਕਤਾ ਤੇ ਅਜ਼ਮਾਇਆ ਵੀ ਹੋਇਆ। ਹਾਂਜੀ। ਇੱਕ ਬੇਟੀ ਸੀ ਜਿਸਨੇ ਕਿਹਾ ਕਿ ਮੈਨੂੰ ਸਾਰਾ ਦਿਨ ਨਿੱਕੀ ਨਿੱਕੀ ਗੱਲ ਵੀ ਮੇਰੇ ਸਿਰ 'ਚ ਵੱਜਦੀ ਹੈ, ਘਰ ਵਿੱਚ ਸ਼ੋਰ ਸ਼ਰਾਬਾ, ਮੇਰਾ ਤਾਂ ਸਿਰ ਫਟਣ ਤੇ ਆ ਜਾਂਦਾ ਹੈ, ਘਰ ਵਿੱਚ ਕੋਈ ਵੀ ਗੱਲ ਕਰੇ ਮੇਰੇ ਤਾਂ ਕੰਨਾਂ 'ਚ ਜ਼ੋਰ ਦੀ ਖੜਕਾ ਜਿਵੇਂ ਪੈਂਦਾ ਇਸ ਤਰ੍ਹਾਂ, ਤੇ ਮੈਂ ਤਾਂ ਪਾਗਲ ਹੋ ਜਾਵਾਂਗੀ, ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਉਸ ਨੂੰ ਅਸੀਂ ਇੱਕ ਕੰਮ ਦਿੱਤਾ ਵੀ ਤੂੰ ਗਿਲਾਸ ਸਿਰੇ ਤੱਕ ਭਰ ਲੈ ਤੇ ਆਸ-ਪਾਸ ਉਸ ਕਮਰੇ ਵਿੱਚ ਫੁੱਲ ਵੋਲਿਊਮ ਤੇ ਲਾਊਡ ਮਿਊਜ਼ਿਕ ਲਾ ਦਿੱਤਾ ਗਿਆ, ਉਹ ਹੱਲੇ ਵਾਲਾ। ਸਿਰੇ ਤੱਕ ਪਾਣੀ ਦਾ ਗਿਲਾਸ ਭਰਿਆ ਸੀ, ਉਹਨੂੰ ਕਿਹਾ 8 ਚੱਕਰ ਲਾਣੇ, ਇੱਕ ਬੂੰਦ ਵੀ ਗਿਰਨੀ ਨਹੀਂ ਚਾਹੀਦੀ। ਉਸ ਕੁੜੀ ਨੇ ਪੂਰੇ ਧਿਆਨ ਨਾਲ ਐਨ ਪੂਰੇ 8 ਗੇੜੇ ਲਾਏ, ਜਿੱਥੇ ਪੂਰਾ ਧਿਆਨ ਕੇਂਦਰਿਤ ਸੀ ਉਹਦੇ ਗਿਲਾਸ ਦੇ ਉੱਤੇ ਕਿ ਬੂੰਦ ਨਾ ਛਲਕੇ। ਤੇ ਅਖੀਰਲੇ ਜਦੋਂ 8ਵਾਂ ਪੂਰਾ ਹੋਇਆ ਬਹੁਤ ਖੁਸ਼, ਆ ਲਓ ਜੀ ਇੱਕ ਬੂੰਦ ਨਹੀਂ ਛਲਕੀ। ਤੇ ਉਹਨੂੰ ਪੁੱਛਿਆ ਤੇਰੇ ਇਸ 8 ਗੇੜਿਆਂ ਵਿੱਚ ਕਿਹੜੇ ਕਿਹੜੇ ਗਾਣੇ ਲੱਗੇ? ਉਹਨੇ ਕਿਹਾ ਕਿੱਥੇ ਗਾਣੇ ਲੱਗੇ? ਉਹ ਕਿਹਾ ਚੀਕਾਂ ਵੱਜ ਰਹੀਆਂ ਸੀ ਸਾਰੇ ਪਾਸੇ, ਸਾਨੂੰ ਕੰਨ ਬੰਦ ਕਰਨੇ ਪਏ, ਏਡਾ ਲਾਊਡ ਮਿਊਜ਼ਿਕ, ਤੈਨੂੰ ਸੁਣਿਆ ਨਹੀਂ? ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, ਕੋਈ ਮਿਊਜ਼ਿਕ ਚੱਲ ਰਿਹਾ ਸੀ। ਯਾਨੀ ਕਹਿਣ ਭਾਵੇਂ ਹੈ ਕਿ ਸਾਡਾ ਮਨ ਸਭ ਕੁਝ ਜਾਣਦਾ ਹੋਇਆ ਵੀ ਉਹਨਾਂ ਚੀਜ਼ਾਂ ਤੋਂ ਸਾਨੂੰ ਕਿਸ ਤਰੀਕੇ ਪਰਲੇ ਪਾਸੇ ਲੈ ਜਾਂਦਾ ਜਦੋਂ ਅਸੀਂ ਧਿਆਨ ਕਿਤੇ ਹੋਰ ਅਸੀਂ ਅੜਾ ਦਈਏ।
ਬਿਲਕੁਲ ਇਸੇ ਹੀ ਤਰ੍ਹਾਂ ਇਹ ਸਾਰਾ ਕੁਝ ਚੁਫੇਰੇ ਹੁੰਦਿਆਂ ਵੀ ਜੇ ਅਸੀਂ ਆਪਣਾ ਮਨ ਕਾਬੂ ਵਿੱਚ ਰੱਖ ਕੇ ਕਿਸੇ ਇੱਕ ਥਾਂ ਤੇ ਕੇਂਦਰਿਤ ਕਰ ਲਈਏ। ਮੈਂ ਤਾਂ ਬਹੁਤ ਸਿੰਪਲ ਜੀ ਗੱਲ ਦੱਸੀ ਹੈ ਕਿ ਚਿੜੀਆਂ ਦਾ ਚਹਿਕਣਾ, ਆਪਣੇ ਆਲੇ ਦੁਆਲੇ ਬੂਟੇ ਉਗਦਿਆਂ ਦੇ ਪੱਤੇ ਵੇਖੋ ਕਿੰਨੇ ਕਮਾਲ ਦੇ ਨਿੱਕੇ ਨਿੱਕੇ ਪੁੰਗਰੇ ਨੇ, ਅਲੱਗ-ਅਲੱਗ ਰੰਗ ਦੇ ਪੁੰਗਰੇ ਨੇ। ਅੱਜ ਇਹ ਘਾਹ ਨਵਾਂ ਨਿਕਲ ਆਇਆ, ਇਹਨੂੰ ਘਾਹ ਨੂੰ ਕੱਢ ਕੇ ਦੇਖਦੇ ਹਾਂ ਇਹਦੇ ਕਿੰਨੇ ਹਿੱਸੇ ਨੇ। ਯਾਨੀ ਇਸ ਤਰੀਕੇ ਕੁਦਰਤ ਦੇ ਵਿੱਚ ਹੀ ਜੇ ਅਸੀਂ ਥੋੜਾ ਜਿਹਾ ਰਚ ਮਿਚ ਜਾਈਏ, ਅੱਧਾ ਘੰਟਾ ਵੀ ਰੋਜ਼ ਬਹੁਤ ਜੇ, ਸਾਡੀ ਸਾਰੀਆਂ ਮੁਸ਼ਕਲਾਂ ਤਕਲੀਫਾਂ ਨੂੰ ਥੋੜੀ ਦੇਰ ਲਈ ਭੁਲਾ ਕੇ ਮਨ ਸ਼ਾਂਤ ਜਦੋਂ ਹੁੰਦਾ ਜੇ ਅਸੀਂ ਆਪਣੇ ਆਪ ਦੂਜੇ ਵਿੱਚ ਥੋੜਾ ਰਚਨ ਮਿਚਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹੋ ਚੀਜ਼ ਦੀ ਅੱਜ ਲੋੜ ਏ ਕਿ ਸਾਰੇ ਤਣਾਅ ਲੈ ਕੇ ਘਰ ਆ ਕੇ ਚੀਕ ਝਗੜਾ ਮਚਾ ਕੇ ਲੜਾਈ ਕਰਕੇ ਕੁਝ ਹਾਸਲ ਨਹੀਂ ਹੋਣਾ, ਤਣਾਅ ਚ ਵਾਧਾ ਹੀ ਹੋਣਾ। ਉਹੀ ਕੁਛ ਜੇ ਥੋੜੀ ਦੇਰ ਛੱਡ ਕੇ ਇੱਕ ਖੂਬਸੂਰਤ ਮੁਸਕਾਨ ਨਾਲ ਲਾ ਕੇ ਕਹੀਏ ਅੱਜ ਤੂੰ ਵੀ ਥੱਕੇ ਆ, ਚੱਲ ਅੱਜ ਕੋਈ ਨਾ ਚਲੋ ਕਰਦੇ ਆ। ਸੋ ਇੰਨੀ ਕੀ ਗੱਲ ਕਿਵੇਂ ਸੂਦਿੰਗ ਜਿਹੀ ਤੁਹਾਨੂੰ ਲੱਗਦੀ ਹੈ, ਦੂਜੇ ਨਾਲ ਅੱਛਾ ਜਿਹਾ ਮਹਿਸੂਸ ਹੋਣ ਲੱਗ ਜਾਂਦਾ। ਰਿਸ਼ਤੇ ਵਿੱਚ ਨਿੱਘ ਪੈਦਾ ਕਰਨ ਲਈ ਇੰਨੀ ਕੀ ਚੀਜ਼ ਬਹੁਤ ਹੁੰਦੀ। ਸੋ ਮਨ ਨੂੰ ਕਾਬੂ ਕਰਨ ਦਾ ਤੁਹਾਡਾ ਹੈਗਾ ਵੀ ਮਨ ਨੂੰ ਕਾਬੂ ਕੀਤਾ ਜਾਵੇ, ਕਿਵੇਂ ਕਰਨਾ, ਇਹਦੇ ਲਈ ਹੋਰ ਕੋਈ ਤਰੀਕਾ ਕੀ ਹੋ ਸਕਦਾ? ਇੱਕ ਤਾਂ ਤੁਸੀਂ ਕਿਹਾ ਵੀ ਇਕਾਗਰ ਕਰਨਾ ਚਾਹੀਦਾ, ਕੀ ਹੋਰ ਕੀ ਤਰੀਕਾ ਹੋ ਸਕਦਾ? ਬਹੁਤ ਸਾਰੇ ਤਰੀਕੇ ਨੇ। ਤੁਸੀਂ ਮਿਊਜ਼ਿਕ, ਜੇ ਮਧੁਰ ਸੰਗੀਤ ਵੱਲ ਆਪਣਾ ਧਿਆਨ ਲਾਓ, ਉਹ ਬਹੁਤ ਖੂਬਸੂਰਤ। ਜੇ ਤੁਸੀਂ 20 ਮਿੰਟ ਵੀ ਜੇ ਰੋਜ਼ ਇਹ ਕਰ ਸਕਦੇ ਹੋ ਬਹੁਤ ਵਧੀਆ। ਤਗੜੀ ਕਸਰਤ, ਤੁਸੀਂ ਭਾਵੇਂ ਰਨਿੰਗ ਕਰੋ, ਜੋਗਿੰਗ ਕਰੋ, ਸਾਈਕਲਿੰਗ ਕਰੋ, ਸਵਿਮਿੰਗ ਕਰੋ, ਕਰੋ ਜ਼ਰੂਰ, ਪੌੜੀਆਂ ਚੜ੍ਹ ਲਓ, ਰੱਸੀ ਟੱਪ ਲਓ, ਉਹਦੇ ਚ ਟਹਿਲਣਾ ਨਹੀਂ ਹੈ ਬਿਲਕੁਲ। ਜਿੱਥੇ ਤੁਸੀਂ ਫਿਰ ਇੱਕ ਦੂਜੇ ਬਾਰੇ ਕੁਛ ਨਾ ਕੁਛ ਮਾੜਾ ਵੀ ਲਿਆਣਾ, ਉਹ ਨਹੀਂ ਕਰਨਾ। ਤਾਂ ਇੰਨਾ ਤੇਜ਼ ਕਿ ਤੁਹਾਨੂੰ ਸੋਚਣ ਸਮਝਣ ਦਾ ਵਕਤ ਨਾ ਮਿਲੇ, ਤੁਹਾਡਾ ਸਰੀਰ ਥੱਕੇ, ਦਿਮਾਗ ਥੱਕੇ, ਤੇ ਫਿਰ ਉਨੀ ਦੇਰ ਇਹ ਗੱਲਾਂ ਦਿਮਾਗ ਚੋਂ ਬਾਹਰ ਰਹਿਣ। ਫਿਰ ਕੋਈ ਪਜ਼ਲ ਸੋਲਵਿੰਗ ਕਰ ਸਕਦੇ ਹੋ, ਸਵੈਟਰ ਬੁਣ ਸਕਦੇ ਹੋ, ਖੇਤੀਬਾੜੀ ਵੱਲ ਇੰਟਰਸਟ ਕਰ ਸਕਦੇ ਹੋ, ਜਾਂ ਤੁਸੀਂ ਆਪਣਾ ਪੈਟ ਪਾਲ ਸਕਦੇ ਹੋ, ਉਹਦੇ ਨਾਲ ਧਿਆਨ ਤੁਸੀਂ ਉਹਦੇ ਨਾਲ ਵੰਡਾ ਸਕਦੇ ਹੋ, ਉਹਦੇ ਨਾਲ ਸਮਾਂ ਬਿਤਾਓ। ਨਵੀਂ ਜ਼ਬਾਨ ਸਿੱਖਣੀ ਬਹੁਤ ਅਹਿਮ ਜੇ, ਬੜਾ ਤਗੜਾ, ਇਹ ਬੜੀ ਡਿਮੈਂਸ਼ੀਆ ਤੱਕ ਪਰੇ ਕਰ ਦਿੰਦੀ ਜੇ, ਤੁਹਾਡੀ ਯਾਦਾਸ਼ਤ ਤੇਜ਼ ਹੋ ਜਾਂਦੀ ਜੇ। ਇਸੇ ਤਰ੍ਹਾਂ ਕੋਈ ਹੋਰ ਪ੍ਰੋਬਲਮ ਸੋਲਵਿੰਗ, ਸੁਡੋਕੋ ਖੇਡ ਲਓ ਜਾਂ ਕੋਈ ਵੀ ਏਦਾਂ ਦੀ ਬੁਝਾਰਤਾਂ ਲੱਭਣ ਲੱਗ ਜਾਓ। ਸੋ ਇਹ ਚੀਜ਼ਾਂ ਨੇ ਜਿਹੜੇ ਤੁਹਾਡੇ ਮਨ ਨੂੰ ਕਾਬੂ ਵਿੱਚ ਵੀ ਰੱਖਦੀਆਂ ਨੇ, ਕਿਸੇ ਹੋਰ ਆਰੇ ਵੀ ਲਾਉਂਦੀਆਂ ਨੇ। ਉਨੀ ਦੇਰ ਇਹ ਫਾਲਤੂ ਦੇ ਤਣਾਅ ਛੰਡੇ ਵੀ ਜਾਂਦੇ ਨੇ। ਪਰ ਸਭ ਤੋਂ ਅਹਿਮ ਨੁਕਤਾ ਜੇ, ਜਿਹੜਾ ਇੱਕ ਰਾਜੇ ਨੂੰ ਇੱਕ ਫਕੀਰ ਨੇ ਦਿੱਤਾ, ਉਹਨੇ ਕਿਹਾ ਸੀ ਕਿ ਇਹੋ ਜਿਹਾ ਨੁਕਤਾ ਦੇ ਦੇ ਕਿ ਮੈਂ ਸਹਿਜ ਹੋ ਸਕਾਂ। ਸੋ ਉਹਨੇ ਇੱਕ ਫੱਟੀ ਪੈਕ ਕਰਕੇ ਦੇ ਦਿੱਤੀ ਸੀ, ਇਹ ਲਾ ਲੈ, ਤੇ ਜਦੋਂ ਬਹੁਤ ਖੁਸ਼ੀ ਹੋਏ ਉਦੋਂ ਵੀ ਇਹਨੂੰ ਦੇਖ ਲਈ, ਤੇ ਜਦੋਂ ਅੱਤ ਦਾ ਦੁੱਖ ਹੋਇਆ ਹੋਵੇ ਉਦੋਂ ਵੀ ਇਹਨੂੰ ਦੇਖ ਲਈ। ਘਰ ਜਾ ਕੇ ਉਹਨੇ ਫੱਟੀ ਲਾਈ ਤੇ ਉਹਦੇ ਉੱਤੇ ਲਿਖਿਆ ਸੀ ਇਹ ਸਮਾਂ ਲੰਘ ਜਾਏਗਾ। ਤਾਂ ਜਦੋਂ ਬਹੁਤ ਖੁਸ਼ ਸੀ, ਉਹਨੇ ਖੋਲਿਆ, ਦੇਖਿਆ, ਤੇ ਫਿਰ ਉਹ ਸਹਿਜ ਹੋ ਗਿਆ, ਇਹ ਤਾਂ ਲੰਘ ਹੀ ਜਾਣਾ, ਐਵੇਂ ਟਪੂਸੀਆਂ ਮਾਰਨ ਦੀ ਲੋੜ ਨਹੀਂ। ਤੇ ਇਸੇ ਤਰ੍ਹਾਂ ਜਦੋਂ ਮੌਤ ਹੋਈ, ਫਿਰ ਉਹਨੇ ਉਹੀ ਦੇਖੀ ਤੇ ਉਹਨੇ ਕਿਹਾ ਇਹ ਵੀ ਸਮਾਂ ਲੰਘ ਹੀ ਜਾਣਾ। ਸੱਚਮੁੱਚ ਜੇ ਇਹ ਸਾਰੇ ਜਣੇ ਅਸੀਂ ਫੱਟੀ ਘਰ ਟੰਗ ਲਈਏ ਨਾ ਕਿ ਇਹ ਸਮਾਂ ਲੰਘ ਜਾਏਗਾ, ਤਾਂ ਹਰ ਔਖਾ ਸਮਾਂ ਸਾਨੂੰ ਨਾਰਮਲ ਸਹਿਜ ਆਉਣ ਵਿੱਚ ਥੋੜਾ ਛੇਤੀ, ਇਹ ਸਾਨੂੰ ਵਾਕਈ ਕਾਮਯਾਬ ਨੁਕਤਾ ਜੇ ਕਿ ਇਹ ਸਮਾਂ ਹਮੇਸ਼ਾ ਨਹੀਂ ਰਹਿਣਾ, ਤਬਦੀਲੀ ਹੋਣੀ ਹੈ। ਜੇ ਜ਼ਿੰਦਗੀ 'ਚ ਪਹਿਲਾਂ ਔਕੜਾਂ ਆਈਆਂ ਸੀ ਤਾਂ ਅੱਜ ਅਸੀਂ ਲੰਘ ਕੇ ਅਗਾਂਹ ਤੁਰੇ ਹਾਂ। ਬਿਲਕੁਲ ਇਸੇ ਤਰ੍ਹਾਂ ਸਬੂਤ ਤਾਂ ਮੇਰਾ ਖਿਆਲ ਮੌਤ ਹੀ ਹੁੰਦੀ ਜੇ। ਤੁਹਾਡੀ ਮੇਰੀ ਜਿਉਂਦੇ ਹੋਣ ਦਾ ਸਬੂਤ ਵੀ ਅੱਜ ECG ਕਰੀਏ ਨਾ ਹੁਣੇ, ਤਾਂ ਉਤਾਰ ਚੜਾਅ ਦੇ ਵਿੱਚ ਹੀ ਜ਼ਿੰਦਗੀ ਅੜੀ ਜੇ। ਸੋ ਇਸੇ ਲਈ ਖੜੋਤ ਵਿੱਚ ਤਾਂ ਬਦਬੂ ਆਉਣ ਲੱਗ ਜਾਂਦੀ ਹੈ। ਜ਼ਿੰਦਗੀ ਦੇ ਵੱਖੋ ਵੱਖਰੇ ਰੰਗ ਨੇ, ਉਤਾਰ ਚੜਾਅ। ਸੋ ਜੇ ਇਹਨਾਂ ਨੂੰ ਇੰਨੇ ਕੀ ਸਹਿਜ ਤਰੀਕੇ ਮੰਨ ਲਈਏ ਤਾਂ ਬਸ ਫਿਰ ਜ਼ਿੰਦਗੀ ਖੂਬਸੂਰਤ ਹੋ ਜਾਂਦੀ ਹੈ। ਕਿ ਇੱਕ ਹੋਰ ਨੁਕਤਾ, ਭਾਈ ਅੱਜ ਦਾ ਜੇ ਔਕੜ ਆਈ ਹੈ, ਰੱਬ ਨੇ ਮੈਨੂੰ ਸਭ ਤੋਂ ਪਿਆਰਾ ਅਜ਼ੀਜ਼ ਮੰਨਿਆ ਆਪਣਾ, ਵੀ ਦੇਖੀਏ ਕਿਵੇਂ ਲੰਘ ਸਕਦਾ। ਇਸ ਔਕੜ ਤੇ ਰੋਏਗਾ, ਪਿੱਟੇਗਾ ਕਿ ਕਹੇਗਾ ਚੱਲ ਮਣਾ ਇਹ ਵੀ ਸਹੀ, ਕਿਤੇ ਹੋਰ ਆਰੇ ਲੱਗੀਏ, ਅੱਗੋਂ ਫਿਰ ਤੁਰਦੇ ਆ। ਸੋ ਇੱਕ ਸਪੀਡ ਬ੍ਰੇਕਰ ਆਣਾ, ਆਪਾਂ ਕਿੰਨੀ ਵਾਰ ਕਾਰਾਂ ਤੇ ਖੜੇ ਹੋ ਜਾਂਦੇ ਆ, ਸੜਕਾਂ ਤੇ ਨਹੀਂ ਹੁੰਦੇ ਨਾ ਸਪੀਡ ਬ੍ਰੇਕਰ, ਤੇ ਸਪੀਡ ਸਲੋ ਹੁੰਦੀ ਹੈ, ਟੱਪ ਜਾਂਦੇ ਆ, ਫਿਰ ਸਪੀਡ ਫੜ ਲੈਂਦੇ ਆ। ਜ਼ਿੰਦਗੀ ਦੇ ਇਸੇ ਤਰ੍ਹਾਂ ਔਕੜਾਂ ਨੇ, ਜਿੰਨੇ ਕੁ ਸਪੀਡ ਬ੍ਰੇਕਰ ਆਣੇ ਨੇ ਆ ਜਾਣ, ਇੱਕ ਨਵਾਂ ਤਜਰਬਾ ਦੇ ਕੇ ਜਾਂਦੇ ਨੇ। ਵਧੀਆ ਜੇ ਕੁਝ ਉੱਥੇ ਰਿਸ਼ਤੇ ਛੰਡੇ ਜਾਂਦੇ ਨੇ, ਕੁਝ ਨਵੇਂ ਅੱਗੋਂ ਕੱਢੇ ਜਾਂਦੇ ਨੇ। ਜ਼ਿੰਦਗੀ ਦੀ ਇਹੀ ਖੂਬਸੂਰਤੀ ਜੇ ਜ਼ਿੰਦਗੀ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।